ਸਤਿ ਸ਼੍ਰੀ ਅਕਾਲ। ਇਸ ਸਮੇਂ ਦੇ ਬੁਲੇਟਿਨ 'ਚ ਸਵਾਗਤ ਹੈ। ਮੈਂ ਤੁਹਾਡੇ ਨਾਲ ਖੁਸ਼ੋ ਸੰਧੂ ਤੇ ਮੈਂ ਹਾਂ ਅਰਸ਼ਦੀਪ ਸੰਧੂ। ਸ਼ੁਰੂਆਤ ਕਰਾਂਗੇ ਨਿਊਜ਼ 18 ਦੇ ਰਿਐਲਿਟੀ ਚੈੱਕ ਦੇ ਨਾਲ। ਰੇਤ ਦੇ ਰੇਟ ਦਾ ਰਿਐਲਿਟੀ ਚੈੱਕ ਕੀਤਾ ਹੈ ਨਿਊਜ਼ 18 ਨੇ। ਪੰਜਾਬ 'ਚ ਰੇਤ ਮਾਫੀਆ ਤੇ ਨਕੇਲ ਕਸਣ ਦੇ ਲਈ ਸਰਕਾਰ ਨੇ ਪਬਲਿਕ ਮਾਈਨਿੰਗ ਸਾਈਟਾਂ ਖੋਲਣ ਦਾ ਐਲਾਨ ਕੀਤਾ ਹੈ। ਸਰਕਾਰ ਨੇ ਇਸ ਨੂੰ ਲੈ ਕੇ ਦਾਅਵੇ ਵੀ ਕੀਤੇ ਨੇ। ਬਿਲਕੁਲ ਇਹਨਾਂ ਸਾਈਟਾਂ ਤੇ ਦੱਸੀ ਕਿ 5.50 ਰੁਪਏ यानी कि 5.5 रुपए क्यूबिक फुट ਦੀ ਦਰ ਦੇ ਨਾਲ ਰੇਤ ਮਿਲੇਗਾ। ਪਰ ਗੱਲ ਜੇਕਰ ਪੰਜਾਬ ਦੇ ਵੱਖ-ਵੱਖ ਹਿੱਸਿਆਂ ਤੇ ਇਸ ਵੇਲੇ ਕਰੀਏ ਤਾਂ ਰੇਤ ਦੇ ਰੇਟ ਦੀ ਕਰਦੇ ਆ ਤਾਂ ਆਮ ਆਦਮੀ ਦਾ ਘਰ ਬਣਾਉਣ ਦਾ ਸੁਪਨਾ ਮਹਿੰਗਾ ਹੈ। ਔਰ ਹਾਈ ਕੋਰਟ ਦੀ ਰੋਕ ਤੋਂ ਪਹਿਲਾਂ ਦੱਸਦੀ ਕਿ ਰੇਤਾ 50 ਤੋਂ ਲੈ ਕੇ 60 ਰੁਪਏ ਦੇ ਹਿਸਾਬ ਦੇ ਨਾਲ ਮਿਲ ਰਿਹਾ ਸੀ, ਪਰ ਹੁਣ ਥੋੜੇ ਦਿਨ ਪਹਿਲਾਂ ਹਾਈ ਕੋਰਟ ਦੀ ਪਾਬੰਦੀ ਹਟਣ ਤੋਂ ਬਾਅਦ ਰੇਤ ਦਾ ਅਸਲੀ ਰੇਟ ਕਿੱਥੇ ਪਹੁੰਚਿਆ ਹੈ। ਤੇ ਇਸ ਦੇ ਲਈ ਨਿਊਜ਼ 18 ਨੇ ਸੂਬੇ ਦੇ ਵੱਖ-ਵੱਖ ਸ਼ਹਿਰਾਂ 'ਚ ਰੇਤ ਦੇ ਰੇਟ ਦਾ ਰਿਐਲਿਟੀ ਚੈੱਕ ਕੀਤਾ ਹੈ। ਖੱਡ ਤੋਂ ਰੇਤ ਕੱਢਣ ਵਾਲੇ ਕ੍ਰੈਸ਼ਰ ਮਾਲਕਾਂ, ਟਰਾਂਸਪੋਰਟ ਵਾਲਿਆਂ ਤੇ ਰੇਤ ਖਰੀਦਣ ਵਾਲੇ ਲੋਕਾਂ ਦੇ ਨਾਲ ਗੱਲਬਾਤ ਕੀਤੀ ਹੈ। ਗਰਾਊਂਡ ਜ਼ੀਰੋ ਤੇ ਰੇਤ ਕਿਸ ਰੇਟ ਨਾਲ ਮਿਲ ਰਿਹਾ ਹੈ, ਇਸ ਦਾ ਰਿਐਲਿਟੀ ਚੈੱਕ ਕੀਤਾ ਹੈ। ਬਿਲਕੁਲ, ਕਿਉਂਕਿ ਹੁਣ ਤੱਕ ਲੋਕਾਂ ਨੂੰ ਜਿਹੜੀ ਹੈ ਉਹ ਬਿਲਕੁਲ ਕਲੈਰਿਟੀ ਨਹੀਂ ਹੈ ਕਿ ਆਖਰਕਾਰ ਸਰਕਾਰ ਦੇ ਵੱਲੋਂ ਜੋ ਰੇਟ ਤੈਅ ਕੀਤੇ ਗਏ ਨੇ ਜਿਸ ਕਿਸਮ ਦੇ ਨਾਲ ਹੁਣ ਇੱਕ ਪਹਿਲ ਜਿਹੜੀ ਹੈ ਸਰਕਾਰ ਕਰ ਰਹੀ ਹੈ ਤਾਂ ਉਸ ਹਿਸਾਬ ਦੇ ਨਾਲ ਰੇਤਾ ਜਿਹੜਾ ਹੈ ਜੇ ਉਹਨਾਂ ਨੂੰ ਪੈ ਰਿਹਾ ਜਿੰਨਾ ਵੀ ਪੈ ਰਿਹਾ ਕਿ ਉਹ ਸਹੀ ਹੈ ਜਾਂ ਫਿਰ ਇਸ ਵੇਲੇ ਗਰਾਊਂਡ ਤੇ ਜਿਹੜੀ ਰਿਪੋਰਟ ਹੈ ਉਹ ਕੀ ਕਹਿੰਦੀ ਹੈ, ਅਸਲ ਰੇਟ ਜਿਹੜਾ ਹੈ ਉਹ ਕੀ ਹੈ ਰੇਤੇ ਦਾ। ਤੇ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਰੋਪੜ ਦੀ, ਜਿੱਥੇ ਸਾਡੇ ਸਹਿਯੋਗੀ ਪੰਕਜ ਕਪਾਹੀ ਨੇ ਰੇਤ ਦੇ ਰੇਟ ਦਾ ਰਿਐਲਿਟੀ ਚੈੱਕ ਕੀਤਾ ਹੈ। ਗਰਾਊਂਡ ਜ਼ੀਰੋ ਤੋਂ ਪੰਕਜ ਦੱਸ ਰਹੇ ਨੇ ਕਿ ਰੋਪੜ 'ਚ ਰੇਤ ਦਾ ਸੱਚ ਕੀ ਹੈ। ਬਿਲਕੁਲ ਦੱਸ ਦਈਏ ਕਿ ਰੋਪੜ ਇਸ ਲਈ ਵੀ ਅਹਿਮ ਹੈ ਕਿਉਂਕਿ ਇੱਥੇ ਨਾਜਾਇਜ਼ ਮਾਈਨਿੰਗ ਦੇ ਇਲਜ਼ਾਮ ਲੱਗਦੇ ਰਹੇ ਨੇ ਪਿਛਲੇ ਸਮੇਂ ਦੇ ਵਿੱਚ, ਔਰ ਪਿਛਲੀ ਸਰਕਾਰ ਵੇਲੇ ਪੰਜਾਬ ਦੇ ਵੱਡੇ ਸਿਆਸਤਦਾਨਾਂ ਦਾ ਨਾਮ ਇੱਥੋਂ ਤੱਕ ਦੱਸ ਦਈਏ ਕਿ ਨਾਜਾਇਜ਼ ਮਾਈਨਿੰਗ ਦੇ ਵਿੱਚ ਆ ਚੁੱਕਿਆ ਹੈ। ਤਾਂ ਪੰਕਜ ਦੀ ਇਹ ਰਿਪੋਰਟ ਦੇਖਦੇ ਹਾਂ। ਰੋਪੜ ਦੇ ਵਿੱਚ ਅਸੀਂ ਇਸ ਵੇਲੇ ਮੌਜੂਦ ਆ ਜਿੱਥੇ ਮਾਈਨਿੰਗ ਹੋ ਰਹੀ ਹੈ। ਕਿ ਇਹ ਮਾਈਨਿੰਗ ਲੀਗਲ ਹੋ ਰਹੀ ਹੈ ਜਾਂ ਅਜੇ ਵੀ ਇਲੀਗਲ ਤੌਰ ਤੇ ਮਾਈਨਿੰਗ ਹੋ ਰਹੀ ਹੈ। ਗਰਾਊਂਡ ਜ਼ੀਰੋ ਤੇ ਇੱਕ ਤਸਵੀਰ ਜਾਣਨ ਦੇ ਲਈ ਇਸ ਵੇਲੇ ਨਿਊਜ਼ 18 ਦੀ ਟੀਮ ਪਹੁੰਚੀ ਹੈ ਔਰ ਕਿਸ ਤਰੀਕੇ ਦੇ ਨਾਲ ਹਾਈ ਕੋਰਟ ਦੇ ਹੁਕਮਾਂ ਤੋਂ ਬਾਅਦ ਜਦੋਂ ਮਾਈਨਿੰਗ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ ਤਾਂ ਜਿਹੜਾ ਸਰਕਾਰ ਜ਼ਿਕਰ ਕਰਦੀ ਹੈ ਕਿ 5.5 ਰੁਪਏ ਰੇਤਾ ਹੈ, ਉਹ ਆਮ ਲੋਕਾਂ ਤੱਕ ਕਿੰਨੇ ਰੁਪਏ ਤੱਕ ਰੇਤਾ ਪਹੁੰਚ ਰਹੀ ਹੈ ਔਰ ਇਸ ਦਾ ਪੂਰਾ ਕੀ ਪ੍ਰੋਸੈਸ ਹੈ। ਗਰਾਊਂਡ ਜ਼ੀਰੋ ਤੇ ਅੱਜ ਦਿਖਾਵਾਂਗੇ ਕਿਸ ਤਰੀਕੇ ਦੇ ਨਾਲ ਇਸ ਵੇਲੇ ਰੋਪੜ ਦੇ ਵਿੱਚ ਅਸੀਂ ਮੌਜੂਦ ਹਾਂ ਔਰ ਇੱਕ ਦਰਿਆ ਦੇ ਉੱਤੇ ਜਿੱਥੇ ਸਰਕਾਰ ਦੀ ਮਨਜ਼ੂਰੀ ਜਿਹੜੀ ਉਹ ਮਿਲ ਚੁੱਕੀ ਹੈ ਔਰ ਇਸ ਵੇਲੇ ਮਾਈਨਿੰਗ ਦਾ ਕੰਮ ਜਿਹੜਾ ਹੈ ਉਹ ਚੱਲ ਰਿਹਾ ਹੈ ਕਿ ਕਿਸ ਤਰੀਕੇ ਦੇ ਨਾਲ ਇਸ ਵੇਲੇ ਮਾਈਨਿੰਗ ਹੋ ਰਹੀ ਹੈ ਇਹ ਜਾਣਨ ਦੀ ਕੋਸ਼ਿਸ਼ ਕਰਾਂਗੇ ਔਰ ਸਰਕਾਰ ਦੇ ਕੁਝ ਅਫਸਰਾਂ ਦੇ ਨਾਲ ਵੀ ਇੱਥੇ ਗੱਲਬਾਤ ਕਰਾਂਗੇ ਕਿਉਂਕਿ ਲਗਾਤਾਰ ਇਹ ਜ਼ਿਕਰ ਹੁੰਦਾ ਹੈ ਕਿ ਪੰਜਾਬ ਦੇ ਵਿੱਚ ਇਲੀਗਲ ਤੌਰ ਤੇ ਮਾਈਨਿੰਗ ਜਿਹੜੀ ਹੈ ਵੱਡੇ ਪੱਧਰ ਦੇ ਉੱਤੇ ਚੱਲਦੀ ਰਹੀ ਹੈ। ਗੁੰਡਾ ਟੈਕਸ ਜਿਹੜਾ ਹੈ ਉਹ ਲਗਾਤਾਰ ਚੱਲਦਾ ਰਿਹਾ ਹੈ ਤਾਂ ਕੀ ਅਜੇ ਵੀ ਗੁੰਡਾ ਟੈਕਸ ਹੈ ਔਰ ਕਿਸ ਤਰੀਕੇ ਦੀ ਤਸਵੀਰ ਹੈ ਜਦੋਂ ਮਾਈਨਿੰਗ ਹੁੰਦੀ ਹੈ, ਕਿਹੜੀਆਂ ਕੰਡੀਸ਼ਨਾਂ ਲੱਗਦੀਆਂ ਨੇ, ਕਿਸ ਤਰੀਕੇ ਦੇ ਨਾਲ ਨਜ਼ਰ ਰਹਿੰਦੀ ਹੈ, ਸਾਰੀ ਇੱਕ ਇੱਕ ਤਸਵੀਰ ਤੁਹਾਡੇ ਤੱਕ ਪਹੁੰਚਾਵਾਂਗੇ। ਤਾਂ ਇਸ ਵੇਲੇ ਅਸੀਂ ਜਿਸ ਜਗ੍ਹਾ ਦੇ ਉੱਤੇ ਖੜੇ ਹਾਂ ਦੇਖੋ ਕਿਸ ਤਰੀਕੇ ਦੇ ਨਾਲ ਗਰਾਊਂਡ ਜ਼ੀਰੋ ਦੇ ਉੱਤੇ ਇਸ ਵੇਲੇ ਦਰਿਆ ਚੋਂ ਰੇਤਾ ਕੱਢੀ ਜਾ ਰਹੀ ਹੈ, ਸਟੋਕ ਇਕੱਠਾ ਕੀਤਾ ਜਾ ਰਿਹਾ ਔਰ ਇਹ ਸਟੋਕ ਜਿਹੜਾ ਵਾ ਉਹ ਪੰਜਾਬ 'ਚ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਜਾਏਗਾ ਔਰ ਇੱਥੇ ਕੀ ਰੇਟ ਹੈ ਔਰ ਕਿਸ ਤਰੀਕੇ ਦੇ ਨਾਲ ਰੇਤ ਜਦੋਂ ਘਰ ਤੱਕ ਪਹੁੰਚਦੀ ਹੈ ਉਹ ਕਿਉਂ ਮਹਿੰਗੀ ਹੋ ਜਾਂਦੀ ਹੈ। ਇੱਥੇ ਪੰਜਾਬ ਪੁਲਿਸ ਦੇ ਜਿਹੜੇ ਪੰਜਾਬ ਸਰਕਾਰ ਦੇ ਜਿਹੜੇ ਅਧਿਕਾਰੀ ਨੇ ਉਹਨਾਂ ਦੇ ਨਾਲ ਉਹ ਗੱਲਬਾਤ ਕਰਾਂਗੇ, ਉਹਨਾਂ ਤੋਂ ਜਾਣਨ ਦੀ ਕੋਸ਼ਿਸ਼ ਕਰਾਂਗੇ। ਰੇਤ ਬਹੁਤ ਮਹਿੰਗੀ ਹੋ ਗਈ ਸੀਗੀ, ਰੇਤ ਆਸਮਾਨ ਤੱਕ ਪਹੁੰਚ ਗਈ ਸੀਗੀ, 50 ਰੁਪਏ 60 ਰੁਪਏ ਰੇਟ ਹੋ ਗਿਆ ਸੀਗਾ, ਹੁਣ ਕੋਰਟ ਨੇ ਰੋਕ ਹਟਾ ਦਿੱਤੀ ਹੈ, ਮਾਈਨਿੰਗ ਦਾ ਕੰਮ ਦੁਬਾਰਾ ਤੋਂ ਸ਼ੁਰੂ ਹੋ ਗਿਆ ਜੀ। ਪਹਿਲਾਂ ਜਦੋਂ ਕੋਰਟ ਦੇ ਸਟੇ ਸੀਗੀ 50-60 ਰੁਪਏ ਤੁਹਾਨੂੰ ਪਤਾ ਹੀ ਰੇਟ ਸੀਗਾ, ਹੁਣ ਅਸੀਂ ਰੇਟ ਕਾਫੀ ਥੱਲੇ ਲੈ ਆਏ ਹਾਂ। ਰੋਪੜ ਦੇ ਵਿੱਚ ਤੁਹਾਨੂੰ ਤੁਸੀਂ ਪਤਾ ਕੀਤਾ ਹੋਊਗਾ ਰੋਪੜ ਦੇ ਵਿੱਚ 24-25 ਰੁਪਏ ਤੋਂ ਵੱਧ ਰੇਟ ਨਹੀਂ ਹੈ ਪਹੁੰਚ, ਇੱਥੇ 5.5 ਰੁਪਏ ਹੈ ਮੌਕੇ ਤੇ ਮਿਲਦਾ ਹੈ ਤੇ ਕ੍ਰਸ਼ਰ ਦੇ ਉੱਤੇ ਸਾਡੀ ਕੈਪਿੰਗ ਹੈ। ਕ੍ਰਸ਼ਰ ਅਸੀਂ 20 ਰੁਪਏ ਤੋਂ ਉੱਤੇ ਕੋਈ ਕ੍ਰਸ਼ਰ ਵਾਲਾ ਨਹੀਂ ਵੇਚ ਰਿਹਾ ਅੱਜ ਦੀ ਡੇਟ। ਇਹ ਸਾਈਡਸ ਕਿੰਨੀ ਕੁ ਰੇਤਾ ਜਿਹੜੀ ਕੱਢ ਸਕਦੇ ਹਾਂ ਔਰ ਕਿਸ ਤਰੀਕੇ ਦੇ ਨਾਲ ਇੱਥੋਂ ਕੀ ਇੱਕ ਠੇਕੇਦਾਰ ਨੂੰ ਦਿੱਤੀ ਹੈ, ਕਿਸ ਤਰੀਕੇ ਦੇ ਨਾਲ ਇਹ ਇੱਥੇ ਕੰਮ ਜਿਹੜਾ ਉਹ ਚੱਲ ਰਿਹਾ। ਇੱਥੇ ਜਿਹੜਾ ਕੰਸੈਸ਼ਨਰ ਹੈ ਕੰਮ ਕਰ ਰਿਹਾ ਜੀ, ਇੱਥੇ 11,000 MT ਦੇ ਤਕਰੀਬਨ ਦੇ ਕੋਲ ਮਟੀਰੀਅਲ ਪਿਆ ਤੇ ਇੱਥੇ 70-80 ਏਕੜ ਦਾ ਏਰੀਆ ਹੈ। ਤੁਸੀਂ ਦੇਖ ਸਕਦੇ ਹੋ ਇੱਥੋਂ ਸਾਰੀ ਅੱਗੇ ਝੰਡੀਆਂ ਸਾਰੇ ਡਿਮਾਰਕੇਟਡ ਹੈਗੀਆਂ, ਇੱਧਰੋਂ ਸਾਰੀਆਂ ਲੱਗੀਆਂ, ਸਾਰੀ ਸਾਈਡ ਸਾਰਾ ਡਿਮਾਰਕੇਟਡ ਹੈ ਸਾਰਾ ਔਰ ਡਿਮਾਰਕੇਟਡ ਏਰੀਆ ਦੇ ਵਿੱਚੋਂ ਇੱਥੇ ਐਕਸਕੇਵੇਸ਼ਨ ਹੋ ਰਹੀ ਹੈ ਤੇ ਇਹ ਝੰਡੀ ਤੋਂ ਬਾਹਰ ਰੇਤਾ ਨਹੀਂ ਕੱਢ ਨਹੀਂ ਜੀ ਨਹੀਂ।
ਤਾਂ ਝੰਡੀ ਤੋਂ ਬਾਹਰ ਨਹੀਂ, ਇਹ ਜਿਹੜਾ ਝੰਡੀ ਦੇ ਅੰਦਰ ਡਿਮਾਰਕੇਟਡ ਏਰੀਆ ਦੇ ਵਿੱਚੋਂ ਹੀ ਕੱਢ ਸਕਦੇ ਆ। ਅਮੂਮਨ ਇਹ ਕਿਹਾ ਜਾਂਦਾ ਕਹਿੰਦੇ ਕਿ ਇਲੀਗਲ ਤੌਰ ਤੇ ਬਹੁਤ ਸਾਰੀ ਰੇਤਾ ਜਿਹੜੀ ਉਹ ਕੱਢੀ ਜਾਂਦੀ ਹੈ ਔਰ ਇਸੇ ਵਜ੍ਹਾ ਕਰਕੇ ਕੋਰਟ ਵੱਲੋਂ ਵੀ ਸਟੇ ਲਗਾ ਦਿੱਤਾ ਗਿਆ। ਹੁਣ ਕਿਵੇਂ ਸਰਕਾਰ ਦੇ ਵੱਲੋਂ ਨਜ਼ਰ ਰੱਖੀ ਜਾ ਰਹੀ ਹੈ? ਹਾਂ, ਤੁਹਾਡੇ ਸਾਹਮਣੇ ਹੀ ਹੈ ਜੀ, ਤੁਸੀਂ ਦੇਖ ਸਕਦੇ ਹੋ। ਸਾਡੇ ਇੱਥੇ ਫੀਲਡ ਆਫੀਸਰਸ ਵੀ ਆ, ਪ੍ਰੈਜ਼ੈਂਟ ਹੈ ਸਾਰੇ ਇੱਥੇ ਮੌਕੇ ਤੇ ਰਹਿੰਦੇ। ਕੰਸੈਸ਼ਨਰ ਕਰਦਾ ਸਾਡਾ ਸਾਰਾ ਸਭ ਤੋਂ ਵੱਡੀ ਗੱਲ ਹੈ ਕਿ ਸਾਰਾ ਪੋਰਟਲ ਦੇ ਨਾਲ ਲਿੰਕਡ ਹੈ ਜੀ। ਜੋ ਵੀ ਕੁਝ ਇੱਕ ਵੀ ਗੱਡੀ ਨਿਕਲਦੀ ਹੈ ਸਾਰਾ ਕੁਝ ਪੋਰਟਲ ਦੇ ਨਾਲ ਲਿੰਕਡ ਹੈ। ਤਾਂ ਉਹ ਕਿਸੇ ਵੀ ਟਾਈਮ ਤੇ ਅਸੀਂ ਕੁਝ ਵੀ ਐਕਸੈਸ ਕਰ ਸਕਦੇ ਹਾਂ, ਦੇਖ ਸਕਦੇ ਹਾਂ ਵੀ ਕਿੰਨਾ ਕਦੋਂ ਕਿਹੜੀ ਗੱਡੀ ਨਿਕਲੀ ਹੈ, ਕਿੱਥੋਂ ਨਿਕਲੀ ਹੈ, ਕਿੱਥੇ ਜਾਣੀ ਹੈ, ਸਾਡੇ ਕੋਲ ਸਾਰਾ ਰਿਕਾਰਡ ਹੁੰਦਾ ਜੀ। ਦਰਿਆ ਤੋਂ ਮਾਈਨਿੰਗ ਕਿਸ ਤਰੀਕੇ ਦੇ ਨਾਲ ਹੁੰਦੀ ਉਹ ਅਸੀਂ ਦਿਖਾ ਰਹੇ ਹਾਂ ਔਰ ਦੇਖੋ ਦਰਿਆ ਤੋਂ ਟਿੱਪਰ ਜਿਹੜੇ ਨੇ ਇੱਥੇ ਪਹੁੰਚੇ ਨੇ। ਇਸ ਤੋਂ ਬਾਅਦ ਅੱਗੇ ਦਾ ਪ੍ਰੋਸੈਸ ਕੀ ਹੈ, ਕਿਉਂਕਿ ਇਹਨਾਂ ਨੇ 5.5 ਰੁਪਏ ਰੇਤਾ ਜਿਹੜੀ ਇੱਥੋਂ ਚੱਕ ਲਈ ਔਰ ਉਸ ਤੋਂ ਬਾਅਦ ਅੱਗੇ ਕਿਸ ਤਰੀਕੇ ਦੇ ਨਾਲ ਕੰਮ ਹੈ ਔਰ ਕੀ ਇਹ ਲੀਗਲ ਤੌਰ ਤੇ ਹੈ ਜਾਂ ਇਲੀਗਲ ਤੌਰ ਤੇ ਵੀ ਚੱਲ ਰਹੀ ਹੈ, ਕਿਉਂਕਿ ਕੁਝ ਕੈਮਰੇ ਲੱਗੇ ਨੇ ਔਰ ਲਗਾਤਾਰ ਇਸ ਗੱਲ ਦਾ ਜ਼ਿਕਰ ਹੁੰਦਾ ਹੈ ਕਿ ਗੁੰਡਾ ਟੈਕਸ ਖਤਮ ਕਰ ਦਿੱਤਾ ਹੈ, ਚੋਰੀ ਰੋਕ ਦਿੱਤੀ ਗਈ ਹੈ ਔਰ ਇੱਥੇ ਚੈਕਿੰਗ ਕਰਕੇ ਹੀ ਜਿਹੜਾ ਉਹ ਜਾਇਆ ਜਾ ਰਿਹਾ। ਇੱਥੇ ਮੁਲਾਜ਼ਮ ਵੀ ਨੇ, ਉਹਨਾਂ ਨਾਲ ਵੀ ਗੱਲਬਾਤ ਕਰ ਲੈਂਦੇ ਆ। ਇੱਥੇ ਕਿਸ ਤਰੀਕੇ ਦੇ ਨਾਲ ਅੱਗੋਂ ਪ੍ਰੋਸੈਸ ਹੁੰਦਾ, ਕਿਉਂਕਿ ਟਿੱਪਰ ਉੱਥੋਂ ਦੀ ਦਰਿਆ ਤੋਂ ਦਾ ਭਰ ਕੇ ਆ ਗਏ। ਹਾਂਜੀ, ਤੁਹਾਡੇ ਸਾਹਮਣੇ ਟਿੱਪਰ ਤੁਸੀਂ ਦੇਖ ਸਕਦੇ ਆ। ਟਿੱਪਰ ਇਹਦੇ ਤੇ ਕੰਡੇ ਵੇ ਬ੍ਰਿਜ ਹੈ ਜੀ, ਇਹ ਪੂਰਾ ਪ੍ਰੋਪਰ ਕੈਲੀਬ੍ਰੇਟਡ ਵੇ ਬ੍ਰਿਜ ਹੈ। ਫਿਰ ਇਹਦੇ ਤੇ ਗੱਡੀ ਖੜਦੀ, ਫਿਰ ਅੰਦਰ ਤੁਸੀਂ ਤੁਹਾਨੂੰ ਦਿਖਾ ਦਿੰਦੇ ਅੰਦਰ ਚੱਲ ਕੇ ਤੁਸੀਂ ਦੇਖ ਸਕਦੇ ਆ। ਇਹਦੇ ਤੇ ਸਾਰਾ ਇਹਦਾ ਵੇਟ ਆਉਂਦਾ। ਆਲਰੇਡੀ ਮੈਂ ਤੁਹਾਨੂੰ ਦੱਸ ਚੁੱਕਿਆ, ਇਹ ਲਿੰਕਡ ਹੈ ਜੀ ਸਾਡੇ ਸੈਂਟਰਲ ਪੋਰਟਲ ਦੇ ਨਾਲ। ਤੇ ਆ ਤੁਸੀਂ ਦੇਖ ਸਕਦੇ ਜਿਹੜੀ ਗੱਡੀ ਖੜੀ ਹੈ ਤੇ ਇਹਦਾ ਵੇਟ ਆ ਰਿਹਾ ਜੀ, ਤੇ ਨਾਲ ਇਹਦਾ ਮੋਨੀਟਰ ਦੇ ਉੱਤੇ ਤੁਸੀਂ ਦੇਖ ਸਕਦੇ ਸਾਰਾ। ਇਹ ਆਨਲਾਈਨ ਹੋ ਜਾਏਗਾ ਕਿ ਇਹ ਗੱਡੀ 'ਚ ਕਿੰਨਾ ਮਾਲ ਭਰਿਆ ਔਰ ਕਿੰਨੇ ਨੰਬਰ ਤੇ ਹੈ, ਕਿੱਥੇ ਜਾ ਰਹੀ ਹੈ, ਸਾਰੀ ਡਿਟੇਲ ਆਉਂਦੀ, ਸਾਰੀ ਡਿਟੇਲ, ਕੰਪਲੀਟ ਡਿਟੇਲ, ਕਿੰਨੇ ਵਜੇ ਡਿਸਪੈਚ ਹੋ ਰਹੀ ਹੈ, ਕਿੰਨੇ ਵਜੇ ਇਹਨੇ ਪਹੁੰਚਣਾ, ਸਾਰਾ ਇਹਦਾ ਸਾਰਾ ਕੁਝ ਡਿਟੇਲ ਹੈ ਜੀ। ਕਿੱਥੇ ਜਾਣਾ ਹੈ, ਕੰਸਾਈਨੀ ਦਾ ਨਾਮ, ਸਾਰਾ ਕੁਝ, ਵੇਟ, ਸਭ ਕੁਝ ਹੈ ਜੀ ਕੰਪਲੀਟ। ਇਹ ਵੇਟ ਮਸ਼ੀਨ ਹੈ ਕਿ ਕਿੰਨੀ ਇੱਥੋਂ ਰੇਤਾ ਲੈ ਕੇ ਗਏ? ਹਾਂਜੀ, ਇਹ ਵੇ ਮਸ਼ੀਨ ਹੈ ਜੀ। ਤਾਂ ਇਹ ਟਾਈਮਿੰਗ ਕੀ ਹੈ ਇਸ ਦੀ, ਕਿ ਕਿੰਨੇ ਤੋਂ ਕਿੰਨੇ ਵਜੇ ਤੱਕ ਇੱਥੋਂ ਰੇਤਾ ਜਿਹੜੀ ਉਹ ਕੱਢੀ ਜਾ ਸਕਦੀ ਹੈ, ਮਾਈਨਿੰਗ ਕੀਤੀ ਜਾ ਸਕਦੀ ਹੈ? ਇਹ 8 ਤੋਂ 5 ਟਾਈਮਿੰਗ ਹੈ ਜੀ। ਗਰਮੀਆਂ ਤੇ ਚੇਂਜ ਹੋ ਜਾਂਦੀ ਹੈ, ਤੇ ਹੁਣ ਇਸ ਵਕਤ 8 ਤੋਂ 5 ਹੈ ਜੀ। ਇਹ ਆਨਲਾਈਨ ਅੱਗੋਂ ਤੁਹਾਡੇ ਵੈਬਸਾਈਟ ਤੇ ਸਾਰੇ ਪਾਸੇ ਜਾਣਕਾਰੀ ਚਲੇ ਜਾਂਦੀ ਕਿ ਕਿੱਥੇ ਜਾਣੀ, ਕਿਵੇਂ ਜਾਣੀ ਹੈ, ਕਿਸ ਤਰੀਕੇ ਦੇ ਨਾਲ ਇੱਥੇ ਜਿਹੜਾ ਇਹ ਨੰਬਰ ਵੀ ਹੈ ਬਕਾਇਦਾ ਤੌਰ ਤੇ ਗੱਡੀ ਦਾ, ਔਰ ਉਸ ਤੋਂ ਬਾਅਦ ਇਹਦੇ ਤੇ ਐਂਟਰੀ ਪਾਈ ਜਾਂਦੀ ਹੈ? ਬਿਲਕੁਲ ਜੀ, ਬਿਲਕੁਲ ਸਾਰਾ ਇਹਦੀ ਬਿਲਕੁਲ ਸਾਡੇ ਸੈਂਟਰਲ ਪੋਰਟਲ ਦੇ ਨਾਲ ਕਨੈਕਟਡ ਹੈ ਜੀ ਇਹ। ਤੇ ਸਾਰੇ ਪਾਸੇ ਇਹਦੀ ਕਿਤੇ ਵੀ ਜਗ੍ਹਾ ਤੇ ਪੋਰਟਲ ਤੇ ਖੋਲ ਕੇ ਜਿਹਨਾਂ ਕੋਲ ਲੌਗਇਨ ਆਈਡੀ ਹੈ ਉਸ ਕਿਸੇ ਵੀ ਟਾਈਮ ਕੋ ਪੂਰੀ ਜਾਣਕਾਰੀ ਲੈ ਸਕਦਾ ਜੀ। ਕਿਉਂਕਿ ਬੜੀ ਚਰਚਾ ਹੁੰਦੀ ਕਿ ਗੁੰਡਾ ਟੈਕਸ ਹੁੰਦਾ ਹੈ ਔਰ ਇੱਥੋਂ ਦੀ ਕਿਸ ਤਰੀਕੇ ਨਾਲ ਪਰਚੀ ਕੱਟੀ ਜਾਂਦੀ, ਉਹ ਗੁੰਡਾ ਟੈਕਸ ਹੈ ਜਾਂ ਕੀ ਹੈ? ਨਹੀਂ ਜੀ, ਤੁਸੀਂ ਤੁਹਾਡੇ ਸਾਹਮਣੇ ਸਾਰਾ ਕੁਝ ਬੜਾ ਟਰਾਂਸਪੇਰੈਂਟ ਵਿੱਚ ਹੈ ਜੀ। ਸਾਰਾ ਕੁਝ ਕੋਈ ਕਿਸੇ ਵੀ ਤਰ੍ਹਾਂ ਦਾ ਕੋਈ ਹਿਡਨ ਹੈ ਹੀ ਨਹੀਂ ਜੀ, ਇੱਥੇ ਤੁਸੀਂ ਦੇਖ ਸਕਦੇ ਹੋ ਜੀ। ਤਾਂ ਇਹ ਇਹਨਾਂ ਨੇ ਦਫ਼ਤਰ ਬਣਾਇਆ, ਆਨਲਾਈਨ ਕਹਿ ਰਹੇ ਨੇ ਕਿ ਸਾਰਾ ਪ੍ਰੋਸੈਸ ਹੈ, ਗੱਡੀ ਨੰਬਰ, ਗੱਡੀ ਕਿਵੇਂ, ਕਿੱਥੇ ਪਹੁੰਚੀ, ਕਿੰਨੇ ਵਜੇ ਚੱਲੀ, ਕਿੱਥੇ ਜਾਏਗੀ, ਇਹ ਸਾਰੀ ਡਿਟੇਲ ਜਿਹੜੀ ਉਹ ਸਾਂਝੀ ਕੀਤੀ ਜਾਂਦੀ। ਵਜਨ ਜਿਹੜਾ ਉਹ ਦੇਖਿਆ ਜਾਂਦਾ ਹੈ ਕਿ ਕਿੰਨਾ ਇੱਥੋਂ ਦੀ ਰੇਤ ਜਿਹੜੀ ਉਹ ਕੱਢੀ ਗਈ, ਕਿੰਨੀ ਮਾਈਨਿੰਗ ਜਿਹੜੀ ਉਹ ਕਿਸ ਤਰੀਕੇ ਦੇ ਨਾਲ ਹੋਈ। ਇਹ ਤਸਵੀਰ ਇੱਥੋਂ ਦਿਖਾ ਰਿਹਾ। ਇੱਥੇ ਅਗਰ 5.5 ਰੁਪਏ ਰੇਟ ਹੈ ਤੇ ਫਿਰ ਅੱਗੇ ਜਾ ਕੇ ਇੰਨੀ ਮਹਿੰਗੀ ਕਿਉਂ ਹੋ ਜਾਂਦੀ? 30 ਰੁਪਏ ਰੇਟ, 40 ਰੁਪਏ, 50 ਰੁਪਏ ਰੇਟ, ਇਹ ਕਿਵੇਂ ਹੋ ਜਾਂਦਾ? ਨਹੀਂ, ਇੱਥੋਂ ਦੀ 5.5 ਰੁਪਏ ਰੇਟ ਹੈ। ਇੱਥੋਂ ਦੀ ਕ੍ਰਸ਼ਰ ਤੇ ਜਾਣਾ ਜੀ ਇਹਨੇ ਮਾਲ ਨੇ। ਤਾਂ ਕ੍ਰਸ਼ਰ ਵਾਲੀ ਸਾਡੇ ਤੁਹਾਨੂੰ ਅੱਗੇ ਐਕਸਪਲੇਨ ਕਰ ਚੁੱਕੇ, ਸਾਡੀ ਕੈਪਿੰਗ ਹੈ ਜੀ। ਅਸੀਂ ਉਹ 20 ਤੋਂ ਉੱਤੇ ਨਹੀਂ ਜਾ ਸਕਦਾ ਇਫ ਯੂ ਟਾਕ ਆਫ ਐਗਰੀਗੇਟ ਦੀ ਗੱਲ ਕਰੀਏ ਜੀ। ਤਾਂ ਉਸ ਤੋਂ ਬਾਅਦ ਅੱਗੇ ਫਲੀਟ ਚਾਰजेस ਹੈ ਜੀ। ਤਾਂ ਉੱਥੇ ਜਿਹੜਾ ਫਿਰ ਟਰਾਂਸਪੋਰਟ ਤੇ ਜਿੰਨਾ ਵੀ ਟਰਾਂਸਪੋਰਟੇਸ਼ਨ ਦਾ ਅੱਗੇ ਖਰਚਾ ਉਹ ਫਿਰ ਨਾਲ ਐਡ ਹੋ ਜਾਂਦਾ। ਤੇ ਉਸ ਹਿਸਾਬ ਨਾਲ ਦੇਖੀਏ, ਜਿਸ ਤਰ੍ਹਾਂ ਤੁਸੀਂ ਅੱਗੇ ਵੀ ਗੱਲ ਕੀਤੀ ਹੈ, ਪਰ ਰੋਪੜ ਇਹ ਜ਼ਿਆਦਾ 24-25 ਰੁਪਏ ਆਪਣੇ ਰੋਪੜ ਪਹੁੰਚ। ਕ੍ਰੈਸ਼ਰ ਦੇ ਮਾਲਿਕ ਮੇਰੇ ਨਾਲ ਨੇ। ਇਸ ਵੇਲੇ 5.5 ਰੁਪਏ ਤੁਹਾਨੂੰ ਰੇਤਾ ਪੈ ਰਹੀ ਹੈ, ਤੁਸੀਂ ਅੱਗੇ ਕੀ ਰੇਟ ਰੇਤਾ ਜਿਹੜੀ ਉਹ ਵੇਚ ਰਹੇ ਹੋ? ਅਸੀਂ ਇੱਥੋਂ 5.5 ਰੁਪਏ ਪਲੱਸ GST ਗ੍ਰੈਵਰ ਲੈ ਕੇ ਜਾ ਰਹੇ ਹਾਂ ਜੀ। ਇਹਨੂੰ ਅਸੀਂ ਕ੍ਰਸ਼ਰ ਤੇ ਪ੍ਰੋਸੈਸ ਕਰਕੇ ਜਿਹੜਾ ਵਾਸ਼ਿੰਗ ਸੈਂਡ ਹੈ ਉਹ ਅਸੀਂ 17 ਤੋਂ 17.5 ਰੁਪਏ ਸੇਲ ਕਰਦੇ ਹਾਂ ਕੁਆਲਿਟੀ ਦੇ ਹਿਸਾਬ ਨਾਲ। ਤੇ ਜਿਹੜੀ ਬਜਰੀ ਹੈ ਉਹ ਬਜਰੀ ਅਸੀਂ 18 ਤੋਂ 20 ਰੁਪਏ ਸੇਲ ਕਰਦੇ ਹਾਂ ਜੀ ਐਜ਼ ਪਰ ਸਾਈਜ਼। ਤੇ 5.5 ਰੁਪਏ ਪਲੱਸ GST ਅਸੀਂ ਇੱਥੋਂ ਗ੍ਰੈਵਰ ਲੈ ਕੇ ਜਾ ਰਹੇ ਹਾਂ ਠੇਕੇਦਾਰ। ਜਦੋਂ ਕੋਰਟ ਨੇ ਇਹ ਰੋਕ ਦਿੱਤੀ ਸੀ ਸਾਈਡਸ, ਉਦੋਂ ਕੀ ਤੁਸੀਂ ਕਿੱਥੋਂ ਲੈ ਕੇ ਆ ਰਹੇ ਸੀਗੇ? ਕੀ ਰੇਟ ਉਸ ਵੇਲੇ ਤੁਹਾਡੇ ਵੱਲੋਂ ਵੇਚੀ ਜਾ ਰਹੀ ਸੀ? ਉਸ ਟਾਈਮ ਤਾਂ ਜੀ ਦੇਖੋ, ਜਿਹੜਾ ਹਿਮਾਚਲ ਤੋਂ ਹਰਿਆਣੇ ਤੋਂ ਮਟੀਰੀਅਲ ਆ ਰਿਹਾ ਸੀ ਤੇ ਉਹ ਇੰਟਰ ਸਟੇਟ ਪੰਜਾਬ ਗਵਰਨਮੈਂਟ ਇੱਕ ਪਰਚੀ ਕੱਢਦੀ ਸੀ ਰਾਇਲਟੀ ਦੀ, ਉਹ ਦੇ ਕੇ ਅਸੀਂ ਕ੍ਰਸ਼ਰ ਤੇ ਲਿਆ ਕੇ ਪ੍ਰੋਸੈਸ ਕਰਦੇ ਸੀ। ਉਸ ਟਾਈਮ ਰੇਟ ਇਸ ਜੋ ਅੱਜ ਦੇ ਰੇਟ ਨੇ ਇਹਨਾਂ ਨਾਲੋਂ ਡਬਲ ਰੇਟ ਸੀ। 35 ਰੁਪਏ ਦੇ ਕਰੀਬ ਰੇਤਾ ਵਿਕ ਰਿਹਾ ਸੀ, ਇਸੇ ਰੇਟ ਬਜਰੀ ਵਿਕ ਰਹੀ ਸੀ। ਔਰ ਇਹਨੂੰ ਟਰਾਂਸਪੋਰਟੇਸ਼ਨ ਪਾ ਕੇ ਜੇ ਕਿਤੇ ਤੁਸੀਂ ਮੋਹਾਲੀ ਖਰੜ ਲੈ ਕੇ ਜਾਣਾ ਤਾਂ ਇਹ 50,000 ਰੁਪਏ ਦਾ ਟਿੱਪਰ ਉੱਥੇ ਪਹੁੰਚਦਾ ਸੀ। ਤੁਸੀਂ ਤੁਹਾਡੇ ਕਿੰਨੇ ਇੱਥੇ ਕ੍ਰੈਸ਼ਰ ਨੇ ਔਰ ਕਿੰਨਾ ਫਰਕ ਪਿਆ ਜਦੋਂ ਹੁਣ ਮਾਈਨਿੰਗ ਜਿਹੜੀ ਉਹ ਸ਼ੁਰੂ ਹੋਈ ਹੈ? ਰੇਟ 'ਚ ਕਿੰਨਾ ਫਰਕ ਪਿਆ ਜਦੋਂ ਤੁਸੀਂ ਹਰਿਆਣਾ ਹਿਮਾਚਲ ਤੋਂ ਲਿਆਂਦੇ ਸੀ ਔਰ ਹੁਣ ਤੇ? ਉਸ ਵਕਤ ਸਾਨੂੰ ਉੱਥੋਂ ਬਹੁਤ ਮਹਿੰਗਾ ਮਾਲ ਮਿਲਦਾ ਸੀਗਾ
ਤੇ ਜਦ ਉਸ ਵੇਲੇ 40 ਤੋਂ 50 ਰੁਪਏ ਰੇਟ ਹੋ ਜਾਂਦਾ ਸੀ ਹੈਗਾ। ਹੁਣ ਪੰਜਾਬ ਸਰਕਾਰ ਨੇ ਆਪਣੀ ਸਾਈਟ ਚਲਾ ਦਿੱਤੀ ਹੈ, ਸਾਨੂੰ 5.5 ਰੁਪਏ ਮਿਲ ਰਿਹਾ ਹੈ ਤੇ ਅਸੀਂ ਹੁਣ ਵੀ 17.5 ਰੁਪਏ ਰੇਤਾ ਵਾਸ਼ਿੰਗ ਸੈਂਡ ਤੇ 19 ਜਾਂ 20 ਰੁਪਏ ਦੇ ਵਿੱਚ ਆਪਾਂ ਬਜਰੀ ਵੇਚਾਂਗੇ ਹੈਗਾ। ਇਹ ਤੁਸੀਂ ਟਰਾਂਸਪੋਰਟ ਵਾਲਿਆਂ ਨੂੰ ਅੱਗੋਂ ਦਿੰਦੇ, ਟਰਾਂਸਪੋਰਟ ਵਾਲੇ ਅੱਗੋਂ ਇਹਦੇ ਐਕਸਟਰਾ ਚਾਰजेस ਪਾਉਂਦੇ ਆ? ਹਾਂ, ਉਹ ਐਕਸਟਰਾ ਜਿੱਦਾਂ ਵੀ ਡਿਸਟੈਂਸ ਦੇ ਹਿਸਾਬ ਦੇ ਨਾਲ ਆ, ਜਿੱਦਾਂ ਲੁਧਿਆਣਾ ਲੈ ਕੇ ਜਾਣਾ ਉਹਦਾ ਅਲੱਗ ਰੇਟ ਹੈ, ਜਾਂ ਚੰਡੀਗੜ੍ਹ ਹੈਗਾ ਉਹਦਾ ਅਲੱਗ ਹੈ। ਉਹ ਤਾਂ ਡਿਸਟੈਂਸ ਦੇ ਹਿਸਾਬ ਨਾਲ ਜੋ ਟਰੱਕ ਦਾ ਰੈਂਟ ਹੋਣਾ ਉਸ ਹਿਸਾਬ ਨਾਲ ਅੱਗੇ ਉਹ ਪੈ ਜਾਂਦਾ, ਉਸ ਹਿਸਾਬ ਨਾਲ ਪੈਂਦਾ। ਮਾਈਨਿੰਗ ਖੁੱਲ੍ਹਣ ਨਾਲ ਕਿੰਨਾ ਕੁ ਫਰਕ ਪਿਆ ਵਾ ਰੇਟ ਦੇ ਹਿਸਾਬ ਦੇ ਨਾਲ? ਬਹੁਤ ਫਰਕ ਪੈ ਜਾਣਾ ਜੀ, ਆਮ ਲੋਕਾਂ ਨੂੰ ਸਸਤਾ ਮਿਲੂਗਾ ਜੀ ਹੈਗਾ, ਕਿਉਂਕਿ ਜਦੋਂ ਤੁਹਾਨੂੰ ਪਤਾ ਹੀ ਹੈ ਜਿੰਨਾ ਜ਼ਿਆਦਾ ਮਟੀਰੀਅਲ ਹੋਊਗਾ ਜੀ ਹੈਗਾ ਤੇ ਉਹਨਾਂ ਸਸਤਾ ਮਿਲੂਗਾ ਜੀ ਹੈਗਾ, ਜਿੰਨਾ ਘੱਟ ਹੋਊਗਾ ਜੀ ਹੈਗਾ ਆਮ ਜਨਤਾ ਨੂੰ ਫਿਰ ਉਸ ਹਿਸਾਬ ਨਾਲ ਰੇਟ ਪੈਂਦਾ ਤੁਸੀਂ ਜੀ। ਪਹਿਲਾਂ ਕਿੰਨੀ ਵੇਚ ਰਹੇ ਸੀ ਔਰ ਹੁਣ ਕਿੰਨੀ ਵੇਚ ਰਹੇ ਹੋ ਤੁਸੀਂ? ਜਦੋਂ ਅਸੀਂ ਹਿਮਾਚਲ ਤੋਂ ਲੈ ਕੇ ਆਉਂਦੇ ਸੀ ਤਾਂ 35 ਤੋਂ 40 50 ਵੀ 40 ਤੱਕ ਚਲੇ ਜਾਂਦੇ ਸੀ ਹੈਗਾ, ਤੇ ਹੁਣ ਸਰਕਾਰ ਸਾਨੂੰ ਲੋਕਲ ਤੋਂ ਆ ਰਿਹਾ ਹੈਗਾ, ਸਾਡੀ ਡਿਸਟੈਂਸ ਘਟ ਗਈ ਹੈਗਾ, ਸਾਡਾ ਜਾਣੀ ਕਿ ਜਿਹੜਾ ਕੋਸਟ ਹੈ ਘਟ ਗਿਆ, ਉਹਦੇ ਨਾਲ ਫਿਰ ਆਮ ਜਨਤਾ ਨੂੰ ਹਿਸਾਬ ਨਾਲ ਸਸਤਾ ਰੇਟ ਵੀ ਮਿਲੂਗਾ ਜੀ। ਨਵੀਂ ਪਾਲਿਸੀ ਦਾ ਜ਼ਿਕਰ ਵੀ ਹੋ ਰਿਹਾ ਹੈ, ਕਹਿੰਦੇ ਪਹਿਲਾਂ ਬੜੇ ਗੁੰਡਾ ਟੈਕਸ ਹੁੰਦੇ ਸੀ, ਮਾਈਨਿੰਗ ਹੁੰਦੀ ਸੀ, ਇਲੀਗਲ ਮਾਈਨਿੰਗ ਹੁੰਦੀ ਸੀ, ਉਹ ਚੀਜ਼ਾਂ 'ਤੇ ਕਿੰਨਾ ਅਸਰ ਜਾਂ ਕਿੰਨਾ ਦੇਖਣ 'ਚ ਮਿਲਿਆ? ਨਹੀਂ ਤੇ ਤੁਹਾਡੇ ਸਾਹਮਣੇ ਹੀ ਹੈ ਜੀ, ਗੁੰਡਾ ਪਰਚੀ ਜਿਹੜੀ ਲੱਗਦੀ ਸੀ ਉਹ ਰੋਡ ਤੇ ਖੜ ਕੇ ਕਲੈਕਟ ਕਰਦੇ ਸੀ। ਇਸ ਟਾਈਮ ਸਰਕਾਰ ਦੇ ਨੁਮਾਇੰਦੇ ਖੜੇ ਨੇ, ਕੰਡੇ ਤੇ ਤੁਲ ਕੇ ਮਾਲ ਜਾ ਰਿਹਾ ਜੀ, ਕੋਈ 10 ਕਿਲੋ ਮਾਲ ਵੀ ਫਾਲਤੂ ਨਹੀਂ ਜਾਊਗਾ ਜੀ। ਪਹਿਲਾਂ ਵਾਲਾ ਮਾਹੌਲ ਨਹੀਂ ਹੈ, ਲੀਗਲ ਮਾਲ ਮਿਲ ਰਿਹਾ, ਹਰ ਗੱਡੀ ਦੇ ਨਾਲ ਪਰਚੀ ਮਿਲ ਰਹੀ ਹੈ ਜੀ। ਸੋ ਪਹਿਲਾਂ ਵਾਲੀਆਂ ਸਰ ਜਿਹੜੀ ਐਂਟਰੀ ਹੁੰਦੀ ਹੈ, ਐਂਟਰੀ ਦਾ ਕੀ ਮਕਸਦ ਹੁੰਦਾ ਕਿ ਇਹ ਆਨਲਾਈਨ ਸਾਰਾ ਪ੍ਰੋਸੈਸ ਹੈ? ਤੁਹਾਡੀ ਗੱਡੀਆਂ ਕਿੰਨੀਆਂ ਗਈਆਂ, ਕਿੰਨੀ ਟਾਈਮਿੰਗ ਹੈ, ਕੀ ਹੈ? ਇਹਦੇ ਇੱਕ ਵੇਟ ਬ੍ਰਿਜ ਲੱਗਿਆ ਹੋਇਆ ਜੀ, ਇਹਦੇ ਅੰਦਰ ਕੰਪਿਊਟਰ ਵਗੈਰਾ ਤੋਂ ਪਰਚੀ ਸਰਕਾਰ ਦੀ ਜਿਹੜੀ ਜੋ ਵੀ ਸਾਈਟ ਆ ਉਹਦੇ ਤੋਂ ਪਰਚੀ ਮਿਲਦੀ ਹੈ, ਕਿਸ ਟਾਈਮ ਗੱਡੀ ਨਿਕਲੀ, ਕੀ ਵੇਟ ਲੈ ਕੇ ਗਈ, ਉਹ ਸਾਰੀ ਪਰਚੀ ਲੈ ਕੇ ਗੱਡੀ ਜਾਂਦੀ ਆ। ਕੋਈ ਚੋਰੀ ਵਾਲਾ ਕੰਮ ਨਹੀਂ ਹੈ। ਵਿਦਆਊਟ ਪਰਚੀ ਜੇ ਕੋਈ ਗੱਡੀ ਫੜੀ ਜਾਂਦੀ ਹੈ ਤਾਂ ਉਹ ਬਹੁਤ ਵੱਡੇ ਜੁਰਮਾਨੇ ਨੇ। ਸੋ ਕੋਈ ਵੀ ਟਰਾਂਸਪੋਰਟਰ ਜਾਂ ਕੋਈ ਕ੍ਰਸ਼ਰ ਵਾਲਾ ਇਹ ਜਿਹਾ ਰਿਸਕ। ਤਾਂ ਰੋਪੜ ਡੀਸੀ ਤੋਂ ਵੀ ਜਾਣ ਲੈਂਦੇ ਹਾਂ ਕਿ ਇਸ ਵੇਲੇ ਮਾਈਨਿੰਗ ਦੀ ਪੋਜੀਸ਼ਨ ਕੀ ਹੈ। ਮੈਮ, ਇਸ ਵੇਲੇ ਕੀ ਗਰਾਊਂਡ ਤੇ ਸਿਚੁਏਸ਼ਨ ਜੋ ਅਸੀਂ ਦੇਖ ਕੇ ਆਏ ਹਾਂ, ਤੁਹਾਨੂੰ ਕੀ ਨਜ਼ਰ ਆ ਰਿਹਾ ਕਿ ਇਸ ਵੇਲੇ ਜਦੋਂ ਹਾਈ ਕੋਰਟ ਨੇ ਸਟੇ ਹਟਾ ਦਿੱਤੀ ਹੈ ਤਾਂ ਉਸ ਤੋਂ ਬਾਅਦ ਕੀ ਪੋਜੀਸ਼ਨ? ਰੋਪੜ ਜ਼ਿਲ੍ਹੇ ਦਾ DSR ਸਬਮਿਟ ਹੋ ਗਿਆ। ਇਹਦਾ ਇੱਕ ਪ੍ਰੋਸੀਜਰ ਹੁੰਦਾ ਹੈ, ਪਹਿਲੇ DSR ਜਾਂਦਾ ਹੈ, ਫਿਰ ਮਾਈਨਿੰਗ ਪਲਾਨਸ ਬਣ ਕੇ ਸੀਆ ਤੋਂ ਅਪਰੂਵਲ ਹੋ ਕੇ EC ਗ੍ਰਾਂਟ ਹੁੰਦੀ ਹੈਗੀ। ਤਾਂ ਐਟ ਪ੍ਰੈਜ਼ੈਂਟ ਸਾਡੀ 2 ਸਾਈਟਸ ਫੰਕਸ਼ਨਲ ਹੋ ਗਈਆਂ ਹੈਗੀਆਂ ਤੇ 7 ਦਿਨ ਪ੍ਰੋਸੈਸ ਹੈਗੀ, ਉਹ ਵੀ 2-3 ਦਿਨਾਂ 'ਚ ਹੋ ਜਾਣੀ ਹੈਗੀ। ਸਾਡੇ DSR ਵਿੱਚ ਟੋਟਲ ਲਗਭਗ 100 ਦੇ ਕਰੀਬ ਸਰਕਾਰੀ ਸਾਈਟਸ ਅਸੀਂ ਰੱਖੀ ਸੀਗੀਆਂ। ਉਹਨਾਂ ਦਾ ਮਾਈਨਿੰਗ ਪਲਾਨ ਵੀ ਅਪਰੂਵਲ ਹੁੰਦੇ ਆਈ ਥਿੰਕ ਵਿਦਿਨ ਅ ਮੰਥ ਸਾਡੀ ਸਾਰੀ ਸਾਈਟਸ ਫੰਕਸ਼ਨਲ ਹੋ ਜਾਣੀਆਂ। ਕਿਉਂਕਿ ਕੋਰਟ ਨੇ ਜਦੋਂ ਸਟੇ ਲਗਾਇਆ ਹੋਇਆ ਸੀ, ਜਿਹੜੇ ਰੇਟ ਨੇ ਉਹ ਆਸਮਾਨ ਨੂੰ ਛੂ ਰਹੇ ਸੀ, ਇਸ ਵੇਲੇ ਰੇਟ ਕੀ ਹੈ? ਸਰਕਾਰ ਵੱਲੋਂ ਪਿਟ ਹੈਡ ਤੇ ਕ੍ਰਸ਼ਰ ਤੇ ਜਿਹੜਾ ਰੇਟ ਫਿਕਸ ਕੀਤਾ ਹੋਇਆ ਹੈਗਾ ਉਹਨੂੰ ਹੀ ਅਸੀਂ ਇੰਪਲੀਮੈਂਟ ਕਰਾ ਰਹੇ ਹਾਂ ਡਿਸਟ੍ਰਿਕਟ ਵਿੱਚ ਕਿ ਰੇਟ ਸ਼ੂਟ ਅਪ ਨਾ ਹੋਣ। ਤਾਂ ਸਾਡੀ ਕੋਸ਼ਿਸ਼ ਇਹੀ ਹੈਗੀ, ਕਿਉਂਕਿ ਹੁਣ ਆਨਲਾਈਨ ਸਿਸਟਮ ਹੈ, ਵੇਬ੍ਰਿਜ ਲੱਗੇ ਹੋਏ ਹੈ, QR ਫਾਰਮ ਨਿਕਲਦਾ ਹੈਗਾ, QR ਕੋਡਡ ਹੁੰਦਾ ਹੈਗਾ, ਤਾਂ ਸਾਰਾ ਪ੍ਰੋਸੈਸ ਆਨਲਾਈਨ ਕਰਕੇ ਜੋ ਰੇਟ ਫਿਕਸਡ ਹੈਗੇ ਉਸ ਤੇ ਉੱਪਰ ਨਾ ਜਾਣ। ਕਿਉਂਕਿ ਚਰਚਾ ਇਹ ਰਹਿੰਦੀ ਕਿ ਰੋਪੜ ਏਰੀਏ ਸਭ ਤੋਂ ਜ਼ਿਆਦਾ ਇਲੀਗਲ ਮਾਈਨਿੰਗ ਹੁੰਦੀ ਹੈ। ਹੁਣ ਵੀ ਕਹਿੰਦੇ ਰਾਤ ਦੇ ਟਾਈਮ 12 ਤੋਂ 4 ਵਜੇ ਦੇ ਵਿੱਚ ਕੋਈ ਨਾ ਕੋਈ ਅਜਿਹੀ ਚੀਜ਼ਾਂ ਜਿਹੜੀ ਵਾਰਦਾਤ ਹੁੰਦੀਆਂ ਨੇ। ਇਹਦੇ ਬਾਰੇ ਮੈਂ ਕਹਿਣਾ ਚਾਹੁੰਦੀ ਹਾਂ ਜੀ, ਸਾਡੇ ਸਪੈਸ਼ਲ ਨਾਕੇ ਲੱਗੇ ਹੋਏ ਹੈ 24/7 ਆਵਰਸ। ਸਾਡੀ ਫਲਾਈਂਗ ਸਕੁਐਡਸ ਇਨ ਪਲੇਸ ਹੈਗੀ। ਜਿੱਦਾਂ ਫੰਡਸ ਦੀ ਕਨਵਰਜੈਂਸ ਹੁੰਦੀ ਹੈ ਉੱਦਾਂ ਹੀ ਅਸੀਂ ਇੱਥੇ ਡਿਪਾਰਟਮੈਂਟਸ ਦੀ ਕਨਵਰਜੈਂਸ ਕੀਤੀ ਹੋਈ ਹੈ ਕਿ ਵੀ ਹੈਵ ਰੌਬਡ ਇਨ 올 ਦਾ ਡਿਪਾਰਟਮੈਂਟਸ ਜੋ ਫਾਰਮਲੀ ਇਨਫਾਰਮਲੀ ਰੈਗੂਲਰਲੀ ਚੈੱਕਸ ਤੇ ਰਹਿੰਦੇ ਹੈ। ਆਨਲਾਈਨ ਸਿਸਟਮ ਦੇ ਕਾਰਨ ਸਾਨੂੰ ਸਹੂਲੀਅਤ ਹੋ ਗਈ ਹੈ। ਜਿੰਨੇ ਵੀ ਟਰੱਕਸ ਨਿਕਲਦੇ ਹੈ ਸਾਡੇ ਕੋਲ ਡਾਟਾ ਹੁੰਦਾ ਹੈਗਾ ਕਿਊ ਫਾਰਮ ਦੇ ਰਾਹੀਂ ਕਿ ਕਦੋਂ ਨਿਕਲੇ, ਕਿਸ ਵੇਲੇ ਨਿਕਲੇ, ਕਿਸ ਰੂਟ ਤੇ ਜਾ ਰਹੇ ਹੈਗੇ, ਤਾਂ ਉਹ ਸਾਰਾ ਅਸੀਂ ਟਰੈਕ ਕਰਦੇ ਹਾਂ। ਕਿਉਂਕਿ ਇਸ ਵੇਲੇ ਜੇ ਕਿਸੇ ਨੇ ਮੇਨ ਜਗ੍ਹਾ ਤੋਂ ਰੇਤ ਖਰੀਦਣੀ ਹੈ, ਉੱਥੇ ਕੀ ਰੇਟ ਹੈ? ਉਹ ਟਰਾਂਸਪੋਰਟ ਜਦੋਂ ਪੈ ਜਾਂਦਾ ਹੈ ਕਿੰਨੀ ਜਿਹੜਾ ਡਿਸਟੈਂਸ ਔਰ ਕਿੰਨੀ ਰੇਟ ਰੱਖੇ? ਇਹਦਾ ਜਿਹੜਾ ਔਨ ਸਪੌਟ ਰੇਟ ਹੈਗਾ ਜੋ ਸਰਕਾਰ ਵੱਲੋਂ ਫਿਕਸ ਕੀਤਾ ਹੈ ਉਹ 5.5 ਲਗਭਗ 5.5 ਦੇ ਕਿਊਬਿਕ ਫਿਟ ਦੇ ਅਰਾਊਂਡ ਹੈਗਾ। ਤੇ ਸਾਡੀ ਕੋਸ਼ਿਸ਼ ਹੈਗੀ ਕਿ ਜੀ ਟਰਾਂਸਪੋਰਟੇਸ਼ਨ ਦੀ ਵੀ ਅਸੀਂ ਥੋੜਾ ਚੈੱਕਸ ਐਂਡ ਬੈਲੈਂਸਿਸ ਰੱਖ ਰਹੇ ਹਾਂ ਕਿ ਕੋਸ਼ਿਸ਼ ਕਰ ਰਹੇ ਹਾਂ ਕਿ ਕਿਉਂਕਿ ਹਲੇ ਸਾਈਟਾਂ ਖੁੱਲੀ ਹੈਗੀ ਤਾਂ ਥੋੜਾ ਫਿਰ ਵੀ ਸਕੈਰਸਿਟੀ ਹੈਗੀ, ਬਟ ਇਵੈਂਚੁਅਲੀ ਵਿਦਿਨ ਅ ਵੀਕ ਸਾਰਾ ਕੁਝ ਅੰਡਰ ਕੰਟਰੋਲ ਹੋਣਾ ਆ ਜਾਣਾ ਹੈਗਾ। ਮਾਰਕੀਟ ਵਿਲ ਟੇਕ ਇਟ ਓਨ ਕੋਰਸ। ਮੀਨਵਾਈਲ ਟਰਾਂਸਪੋਰਟੇਸ਼ਨ ਤੇ ਸਾਡੀ ਟੀਮਸ ਚੈੱਕਸ ਰੱਖ ਰਹੀ ਹੈਗੀ ਕਿ ਜੀ ਇਟ ਸ਼ੁੱਡ ਨਾਟ ਐਕਸੀਡ ਮਤਲਬ 25 ਤੋਂ 30 ਦੇ ਲਗਭਗ ਇਨਕਲੂਡਿੰਗ ਟਰਾਂਸਪੋਰਟੇਸ਼ਨ ਕਾਸਟ ਹੀ ਰਹਿਣ। ਫਜ਼ਿਲਕਾ ਦੇ ਵਿੱਚ ਵੀ ਸਾਡੇ ਸਹਿਯੋਗੀ ਪ੍ਰਦੀਪ ਕੁਮਾਰ ਨੇ ਲੋਕਾਂ ਦੇ ਨਾਲ ਗੱਲਬਾਤ ਕੀਤੀ ਕਿ ਆਖਰ ਉਹਨਾਂ ਨੂੰ ਕਿੰਨੇ ਭਾਅ ਤੇ ਰੇਟ ਮਿਲ ਰਿਹਾ ਹੈ। ਖਾਸ ਕਰ ਘਰ ਬਣਾਉਣ ਵਾਲੇ ਉਹਨਾਂ ਠੇਕੇਦਾਰਾਂ ਤੋਂ ਜਿਨ੍ਹਾਂ ਦਾ ਰੇਤ ਤੇ ਬਿਨਾਂ ਕੰਮ ਨਹੀਂ ਸਰਦਾ। ਪੈਸਾ ਜੀ ਉਹ ਰੇਤਾ ਬਹੁਤ ਮਹਿੰਗਾ ਹੈਗਾ, ਉਹ ਕੰਮ ਚਲਾ ਲੈਂਦੇ ਆ, ਕਦੇ 1-2 ਦਿਹਾੜੀ ਲੱਗ ਜਾਂਦੀ ਆ। ਗਰੀਬ ਬੰਦੇ ਦੀ ਪਹੁੰਚ ਬਹੁਤ ਬਾਹਰ ਹੋਇਆ ਪਿਆ ਜੀ। ਇਹ ਲੋਕਡਾਊਨ ਤਰ੍ਹਾਂ ਵੀ ਹਾਲਾਤ ਹੋਏ ਪਏ ਜੀ। ਰੋਟੀ ਪਾਣੀ ਬਹੁਤ ਲੂਣ ਮਿਰਚ ਨਹੀਂ ਖਾਂਦੇ ਜੀ। ਮੇਰੇ ਰੁੱਖੀ ਮਿੱਸੀ ਬਹੁਤ ਮੁਸ਼ਕਲ ਹੋਈ ਪਈ। ਦਿਹਾੜੀ ਕਦੇ ਲੱਗਦੀ ਆ, ਕਦੇ 2 ਲੱਗ ਜਾਂਦੀਆਂ, ਕਦੇ 4 ਦਿਨ ਘਰੇ ਰਹੀਦਾ। ਹਾਲਾਤ ਬਹੁਤ ਮਾੜੇ ਹੋਏ ਪਏ ਜੀ। ਸਰਕਾਰ ਨੂੰ ਚਾਹੀਦਾ ਘੱਟ ਤੋਂ ਘੱਟ
ਉਸ ਰੇਟ ਖਰਚਾ ਪਾਣੀ ਵੀ ਘਟਾਇਆ ਜਾਵੇ। ਇਸ ਤਰ੍ਹਾਂ ਮਹਿੰਗਾਈ ਬਹੁਤ ਹੈਗੀ ਆ, ਰੇਤੇ ਦੀ ਮਹਿੰਗਾਈ ਬਹੁਤ ਆ। ਗਾਂ ਕੰਮ ਚੱਲੂਗਾ, ਗਾਂ ਗਰੀਬ ਦਾ ਨਾਲ ਚੱਲੂਗਾ ਦਿਹਾੜੀ ਦੱਪੇ ਦਾ ਜੀ। ਇਸ ਤਰ੍ਹਾਂ ਮਹਿੰਗਾਈ ਦੇ ਹਿਸਾਬ ਨਾਲ ਕੰਮ ਬਹੁਤ ਬ੍ਰੇਕਾਂ ਲੱਗੀਆਂ ਪਈਆਂ ਜੀ। ਰੇਤੇ ਜੀ ਬਹੁਤ ਰੇਤੇ ਦੀ ਮਹਿੰਗਾਈ ਹੋ ਜਾਣ ਕਾਰਨ ਵੀ ਗਰੀਬ ਮਕਾਨ ਨਹੀਂ ਬਣਾਉਣ ਜਾ ਰਿਹਾ। ਠੀਕ ਆ, ਵੀ ਰੇਤੇ ਦੀ ਕੰਡੀਸ਼ਨ ਘਟਾਈ ਜਾਵੇ। ਠੀਕ ਆ ਤੇ ਜੀ ਰੇਤਾ ਮਿਲ ਰਿਹਾ ਜੀ? ਰੇਤਾ ਤਾਂ ਮਿਲ ਰਿਹਾ ਜੀ, ਰੇਤਾ ਮਹਿੰਗਾ ਬਹੁਤ ਮਿਲ ਰਿਹਾ ਜੀ। ਗਰੀਬ ਬੰਦਾ ਕੋਈ ਮਕਾਨ ਨਹੀਂ ਬਣਾ ਰਿਹਾ। 60-70 ਰੁਪਏ ਹੈਗਾ ਜੀ ਤੇ ਗਰੀਬ ਬੰਦੇ ਦੀ ਪਹੁੰਚ ਤੋਂ ਬਾਹਰ ਹੈਗਾ ਜੀ। ਮਕਾਨ ਨਹੀਂ ਬਣਾ ਸਕਦੇ, ਦਿਹਾੜੀ ਮਜ਼ਦੂਰੀ ਦੇ ਕਾਬਲ ਵੀ ਬੰਦਾ ਮਕਾਨ ਨਹੀਂ ਬਣਾ ਸਕਦਾ ਜੀ। ਰੇਤ ਜਿਹੜੀ ਹੈਗੀ ਕਿਸੇ ਦੇ ਬਜਟ ਦੇ ਵਿੱਚ ਨਹੀਂ ਹੈਗੀ। ਰੇਤ ਦਾ ਬਾਅਦ ਜਿਹੜਾ ਹੈਗਾ ਮਜ਼ਦੂਰ ਦੇ ਹਿਸਾਬ ਨਾਲ ਜਿਹੜਾ ਹੈ ਨਾ ਜੀ, ਦੇਖ ਕੇ ਤੇ ਸਰਕਾਰ ਇਹਨੂੰ ਰੇਟ ਨੂੰ ਮੰਨ ਲਓ ਸੈੱਟ ਕਰੇ। ਠੀਕ ਹੈ ਨਾ ਜੀ, ਤੇ ਗਰੀਬ ਬੰਦਾ ਵੀ ਮਕਾਨ ਬਾਰੇ ਸੋਚ ਸਕੇ ਜੀ। ਪਹਿਲਾਂ ਤਾਂ ਦੇਖੋ ਜੀ ਘੁਮਿਆਰ ਜਿਹੜੇ ਨਾਗ ਰੇੜੇ ਤੇ ਰੇਤਾ ਲੈ ਕੇ ਆਉਂਦੇ ਸੀਗੇ ਜੀ। ਮੰਨ ਲਓ ਵੀ 300 ਤੋਂ ਲੈ ਕੇ ਜੋ ਮੰਨ ਲਓ ਰੇਤਾ ਕਦੇ ਕੋਈ ਖੱਡਾ ਬੰਦ ਹੁੰਦਾ ਸੀ 400 ਤੱਕ ਰੇਤਾ ਮਿਲ ਜਾਂਦਾ ਸੀਗਾ ਰੇੜਾ ਜੀ। ਤੇ ਹੁਣ ਜਿਹੜਾ ਹੈਗਾ ਦੁਕਾਨਾਂ ਤੇ ਮੇਰੀ ਗੱਲ ਸੁਣੋ, ਜਿਹੜੇ ਹੈਗੇ ਨੇ ਉਹ ਰੇੜੇ ਸਟਾ ਲੈਂਦੇ ਨੇ, ਉਹ ਫਿਰ ਆਪਦੀ ਮਨਮਰਜ਼ੀ ਦਾ ਰੇਤਾ ਜਿਹੜਾ ਹੈਗਾ ਜੀ ਪਾ ਲਾਉਂਦੇ ਆ। ਗੱਲ ਪਠਾਨਕੋਟ ਦੀ ਕਰੀਏ ਤਾਂ ਫਿਰ ਹਾਈ ਕੋਰਟ ਦੀ ਮਨਜ਼ੂਰੀ ਤੋਂ ਬਾਅਦ ਇੱਥੇ ਵੀ ਮਾਈਨਿੰਗ ਸ਼ੁਰੂ ਹੋ ਗਈ ਹੈ, ਪਰ ਰੇਤਾ ਖਰੀਦਣ ਵਾਲੇ ਲੋਕ ਹਾਲੇ ਵੀ ਪਰੇਸ਼ਾਨ ਨੇ। ਤਾਂ ਬਿਲਕੁਲ ਵੱਖ-ਵੱਖ ਥਾਂ ਵੱਖ-ਵੱਖ ਜ਼ਿਲ੍ਹਿਆਂ ਦੀ ਗਰਾਊਂਡ ਰਿਪੋਰਟ ਵੇਖ ਰਹੇ ਆ, ਰਿਐਲਿਟੀ ਚੈੱਕ ਵੇਖ ਰਹੇ ਆ। ਤਾਂ ਨਿਊਜ਼ 18 ਦੇ ਰਿਐਲਿਟੀ ਚੈੱਕ ਦੌਰਾਨ ਪਠਾਨਕੋਟ ਦੇ ਲੋਕਾਂ ਨੇ ਦੱਸਿਆ ਕਿ ਉਹਨਾਂ ਨੂੰ ਰੇਤੇ ਦੀ ਕਟਰਾਲੀ ਦੇ ਲਈ 6000 ਰੁਪਏ ਖਰਚ ਕਰਨੇ ਪੈ ਰਹੇ ਨੇ। ਅਸੀਂ ਘਰ ਕੰਮ ਲਾਇਆ 2800 ਰੁਪਇਆ ਉसी रेता की ट्राली, और अज 6000 हो गई है। तो मैं कन्ना नूं हथ लग गए। और फिर उस वेले होर ज़्यादा पीड़ हुंदी है, जिस वेले ये बयान अखबारां दे राहीं प्रैस कानफ्रेंस दे राहीं साडे नेता दिंदे ने कि भी साडे रेट ट्रांसपेरेंट रेट ने और सस्ते रेट ने। और जिसले लैन जाइदा कहंदे भाई जिहड़े कहंदे ने उन्हां कोल ले लो, साडे कोल ते रेट है ये। फिर मजबूरन रेता जिहड़े कहंदे ने उन्हां कोल तो मिलदी नहीं, मिलदी ते उन्हां कोल जिहड़ा काम करदे ने। और अज हालात है 2200 रुपए का बजरे का जिहड़ा ट्राली सी अज 5500-5600 तक लैनी पैंदी पई, और मजबूर ही होकर लैनी पैंदी। मेरी ये बेनती है कि सरकार दे अगे, सरकार ने ये वादा किया सी आने तो पहला उस पार्टी ने कि भी असीं वो प्रशासन देंगे, वो सरकार देंगे कि जनता याद करेगी। और सच च जे तुसीं उदां ना कीते तां भी जनता ने याद ही करना तुहानूं। जी आम आदमी पार्टी ਦੇ ਆਉਣ ਤੋਂ ਪਹਿਲੇ ਸਾਨੂੰ ਬਹੁਤ ਉਮੀਦਾਂ ਸੀ ਇਹਦੇ ਤੋਂ, ਪਰ ਹੁਣ 2500 ਦੀ ਟਰਾਲੀ ਜਿਹੜੀ ਹੈ 5.5-6000 ਨੂੰ ਪਹੁੰਚੇ ਕਰਦੀ ਹੈ ਰੇਤ ਦੀ ਤੇ ਬਜਰੀ ਦੀ। ਆਮ ਬੰਦੇ ਨੂੰ ਤੇ ਬਹੁਤ ਮੁਸ਼ਕਲ ਹੈ, ਸਾਨੂੰ ਇਹਦੇ ਤੋਂ ਬਹੁਤ ਉਮੀਦਾਂ ਸੀਗੀਆਂ, ਪਰ ਆਪਣੀ ਉਮੀਦਾਂ ਤੇ ਹਜੇ ਤੱਕ ਤਾਂ ਸਫਲ ਹੋ ਅੱਗੇ ਵਧਾਂਗੇ। ਇਸ ਤੋਂ ਬਾਅਦ ਪਠਾਨਕੋਟ ਤੋਂ ਬਾਅਦ ਰਿਐਲਿਟੀ ਚੈੱਕ ਦੌਰਾਨ ਨਵਾਂ ਸ਼ਹਿਰ ਦੇ ਵਿੱਚ ਜੋ ਦਿਖਿਆ ਉਸਨੇ ਕਈ ਤਰ੍ਹਾਂ ਦੇ ਸਵਾਲ ਵੀ ਖੜੇ ਕਰ ਦਿੱਤੇ ਨੇ। ਸਤਲੁਜ ਦਰਿਆ ਤੇ ਰੇਤ ਦੀ ਗੈਰ ਕਾਨੂੰਨੀ ਮਾਈਨਿੰਗ ਹੋ ਰਹੀ ਹੈ। ਗੱਲ ਕਰਨ ਤੇ ਵਨ ਰੇਂਜ ਅਫਸਰ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਜੰਗਲਾਤ ਦੀ ਜ਼ਮੀਨ ਤੇ ਹੋ ਰਹੀ ਨਾਜਾਇਜ਼ ਮਾਈਨਿੰਗ ਕਰਨ ਵਾਲਿਆਂ ਨੂੰ ਫੜਿਆ ਗਿਆ ਸੀ। ਜਿਹੜੀ ਖੋਜਰਪੇਟ ਦੇ ਵਿੱਚ ਜਗ੍ਹਾ ਹੈਗੀ ਆ ਫੋਰੈਸਟ ਦੀ, ਉਹਦੇ ਉੱਤੇ ਲਗਾਤਾਰ ਪੈਟਰੋਲਿੰਗ ਜਿਹੜੀ ਉਹ ਚੱਲ ਰਹੀ ਹੈ। ਜਿੱਦਾਂ ਹੀ ਸਾਨੂੰ ਕੋਈ ਨਾ ਕੋਈ ਗੁਪਤ ਸੂਚਨਾ ਜਦ ਮਿਲਦੀ ਹੈ ਤਾਂ ਇਲੀਗਲ ਮਾਈਨਿੰਗ ਦੇ ਰਿਗਾਰਡਿੰਗ, ਤਾਂ ਅਸੀਂ ਉਹਦੀ ਪੈਟਰੋਲਿੰਗ ਕਰਕੇ ਉੱਥੇ ਜੇ ਕੋਈ ਸਾਨੂੰ ਟਰਾਲੀ ਵਗੈਰਾ ਜਾਂ ਬੰਦਾ ਕੋਈ ਮਿਲਦਾ ਮਾਈਨਿੰਗ ਕਰਦਾ ਤਾਂ ਉਹਦੇ ਅਸੀਂ ਜੋ ਸਾਡਾ ਡਿਪਾਰਟਮੈਂਟਲ ਰੂਲ ਦੇ ਹਿਸਾਬ ਦੇ ਨਾਲ ਕੰਪਨਸੇਸ਼ਨ ਜੋ ਪ੍ਰਾਵਧਾਨ ਬਣਿਆ ਉਹਦੇ ਅਕੋਰਡਿੰਗ ਅਸੀਂ ਉਹਨਾਂ ਨੂੰ ਫਾਈਨ ਵਗੈਰਾ ਕਰਦੇ ਹਾਂ। ਕਿੰਨੇ ਕੁ ਫਾਈਨ ਤੁਸੀਂ ਕਰਦੇ ਹੋ ਟਰਾਲੀ ਫੜੀ ਜਾਂਦੇ? ਮੇਰੇ ਖਿਆਲ ਜੋ ਇੱਕ ਟਰਾਲੀ ਦਾ ਆ ਉਹ ਰੇਤ ਦਾ ਉਹ 20000 ਰੁਪਏ ਹੈ। ਜੇ ਟਿੱਪਰ ਫੜੇ ਜਾਵੇ ਫਿਰ ਉਹਦਾ ਕੀ, ਉਹਦਾ ਜ਼ਿਆਦਾ ਸਰ? ਉਹਦਾ ਜ਼ਿਆਦਾ ਹੈ। ਕਿੰਨਾ ਉਹਦਾ ਕਿੰਨਾ? ਸਰ ਉਹ ਰਿਕਾਰਡ ਦੇਖਣਾ ਮੈਨੂੰ ਇਹਦਾ ਯਾਦ ਨਹੀਂ ਹੈ, ਮੇਰੇ ਸਾਨੂੰ 50000 ਦੇ ਨੀਅਰ ਹੋਊਗਾ ਹੈਗਾ। लेकिन ਹੁਣ ਵੀ ਲਗਾਤਾਰ ਮਾਈਨਿੰਗ ਚੱਲ ਰਹੀ ਹੈ। ਅੱਜ ਮੌਕੇ पे ਗਿਆ ਸੀ ਜਦ ਲੰਗਾ ਕਿ ਰਾਤ ਮਾਈਨਿੰਗ ਹੋਈ ਹੈ, ਤਾਂ ਇਹਦਾ ਕੋਈ ਤੁਸੀਂ ਦੇਖੇ ਜਾ ਕੇ ਚੈੱਕ ਕੀਤਾ ਤੁਸੀਂ? ਅਸੀਂ ਲਾਸਟ ਥੋੜੇ ਪਰਸੋਂ ਮੇਰੇ ਖਿਆਲ ਨਾਲ ਨਾਈਟ ਸਾਨੂੰ ਇੱਕ ਇਨਫੋਰਮੇਸ਼ਨ ਮਿਲੀ ਸੀਗੀ, ਉਹਦੇ ਰਿਗਾਰਡਿੰਗ ਅਸੀਂ ਪੈਟਰੋਲਿੰਗ ਉੱਥੇ ਕੀਤੀ ਹੈ। ਪਰ ਜਿੱਦਾਂ ਹੀ ਅਸੀਂ ਉੱਥੇ ਪੈਟਰੋਲਿੰਗ ਕੀਤੀ ਤਾਂ ਫਿਰ ਅਸੀਂ ਉਹ ਇੱਕ ਸਾਨੂੰ ਟਰਾਲੀ ਉੱਥੇ ਅਨਲੋਡਡ ਮਤਲਬ ਮਿਲੀ ਹੈ, ਤੇ ਉਹ ਪਰ ਪ੍ਰਾਈਵੇਟ ਰਕਬੇ ਦੇ ਵਿੱਚ ਖੜੀ ਸੀਗੀ, ਪਰ ਉਹ ਸਾਡੀ ਕੰਪੀਟੈਂਸੀ ਦੇ ਵਿੱਚ ਨਹੀਂ ਆਉਂਦਾ। ਅਸੀਂ ਫੋਰੈਸਟ ਦੇ ਰਕਬੇ ਦੇ ਵਿੱਚ ਮਤਲਬ ਆਪਣਾ ਐਕਟ ਲਾਗੂ ਕਰਦੇ ਹਾਂ, ਇਸ ਕਰਕੇ ਅਸੀਂ ਉੱਥੇ ਕਾਰਵਾਈ ਮਤਲਬ ਸਾਡੀ ਕੋਈ ਬਣਦੀ ਨਹੀਂ ਸੀ।